ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਕਾਂਗਰਸ ਦੇ ਨਾਲ, ਕਿਉਂਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਕੀ ਪਾਰਟੀ ਜਿਵੇਂ ਕਿ ਆਮ ਆਦਮੀ ਪਾਰਟੀ ਆ ਉਹਨਾਂ ਵੱਲੋਂ ਆਪਣੇ ਉਮੀਦਵਾਰਾਂ ਦੀ ਲਿਸਟਾਂ ਜਾਰੀ ਕਰ ਦਿੱਤੀਆਂ ਗਈਆਂ ਨੇ 2022 ਦੀਆਂ ਚੋਣਾਂ ਨੂੰ ਲੈ ਕੇ, ਉੱਥੇ ਕਾਂਗਰਸ ਵੱਲੋਂ ਵੀ ਪਹਿਲੀ ਲਿਸਟ ਤਿਆਰ ਹੋ ਚੁੱਕੀ ਹੈ। ਸੋ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਇਹ ਲਿਸਟ ਜਾਰੀ ਕਰ ਦਿੱਤੀ ਜਾਵੇਗੀ। ਇਸ ਲਿਸਟ ਦੇ ਵਿੱਚ ਕਿਹੜੇ-ਕਿਹੜੇ ਉਮੀਦਵਾਰਾਂ ਦੇ ਨਾਮ ਦੇ ਉੱਪਰ ਮੋਹਰ ਲੱਗ ਚੁੱਕੀ ਹੈ, ਇਸ ਬਾਰੇ ਗੱਲਬਾਤ ਕਰਾਂਗੇ ਸੁਨੀਲ ਜਾਖੜ ਦੀ। ਸੁਨੀਲ ਜਾਖੜ ਜੋ ਕਿ ਕਾਂਗਰਸ ਦੇ ਕੰਪੇਨ ਕਮੇਟੀ ਦੇ ਚੇਅਰਮੈਨ ਨੇ, ਉਹਨਾਂ ਦਾ ਦੌਰਾ ਵਿਦੇਸ਼ ਦੇ ਉੱਪਰ ਚਲੇ ਗਏ ਨੇ। ਵਿਦੇਸ਼ੀ ਦੌਰੇ ਦੇ ਉੱਪਰ ਅਤੇ ਉਹਨਾਂ ਦੀ ਚੋਣ ਨੂੰ ਲੈ ਕੇ ਵੱਡੇ ਸਵਾਲ ਉੱਠਣ ਲੱਗੇ ਨੇ। ਕਿਸ ਤਰ੍ਹਾਂ ਦੇ ਸਵਾਲ ਉੱਠਣ ਲੱਗੇ ਨੇ ਉਸ ਬਾਰੇ ਗੱਲਬਾਤ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੀ। ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਕਾਂਗਰਸ ਤੋਂ ਤੋੜ ਵਿਛੋੜਾ ਕਰਕੇ ਆਪਣੀ ਨਵੀਂ ਪਾਰਟੀ ਬਣਾਈ ਸੀ, ਰਾਜਨੀਤਿਕ ਪਾਰਟੀ ਬਣਾਈ ਸੀ ਤੇ ਵੱਖਰੇ ਚੋਣ ਲੜਨ ਦਾ ਐਲਾਨ ਕੀਤਾ ਸੀ। 2022 ਦੀਆਂ ਚੋਣਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਕੀ ਆ ਉਹ ਬਿਆਨ, ਉਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਾਂਗੇ ਗ੍ਰਹਿ ਵਿਭਾਗ ਕੇਂਦਰੀ ਗ੍ਰਹਿ ਵਿਭਾਗ ਦੇ ਵੱਲੋਂ PM ਸੁਰੱਖਿਆ ਨੂੰ ਲੈ ਕੇ ਜਿਹੜੀ ਸੇਂਧਮਾਰੀ ਹੋਈ ਸੀ ਉਸ ਦੀ ਜਾਂਚ ਦੇ ਲਈ ਇੱਕ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸੋ ਕਮੇਟੀ ਦੇ ਗਠਨ ਤੋਂ ਬਾਅਦ ਫਿਰ ਤੋਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਇਸ ਕਮੇਟੀ ਨੂੰ ਲੈ ਕੇ। ਕਿਸ ਤਰ੍ਹਾਂ ਦੀਆਂ ਉਹ ਚਰਚਾਵਾਂ ਸ਼ੁਰੂ ਹੋਈਆਂ ਨੇ ਉਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਡਾਕਟਰ ਭੀਮਿੰਦਰ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਮਾਨ ਸਾਹਿਬ। ਸੋ ਪੰਜਾਬ ਦੀ ਸਰ ਗੱਲ ਕਰੀਏ, ਰਾਜਨੀਤੀ ਦੀ ਗੱਲ ਕਰੀਏ, ਭਾਵੇਂ ਕਿ ਪੰਜਾਬ ਦੇ ਵਿੱਚ ਠੰਡ ਦਾ ਪ੍ਰਕੋਪ ਬਹੁਤ ਜ਼ਿਆਦਾ, ਲੇਕਿਨ ਪੰਜਾਬ ਦੀ ਜੇਕਰ ਰਾਜਨੀਤੀ ਦੀ ਗੱਲ ਕਰੀਏ ਤਾਂ ਮਾਹੌਲ ਬਹੁਤ ਗਰਮਾਇਆ ਹੋਇਆ ਹੈ। ਹਰ ਰੋਜ਼ ਹਰ ਨਵੇਂ ਦਿਨ ਹਰ ਇੱਕ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਸਭ ਤੋਂ ਪਹਿਲੀ ਬਾਜੀ ਮਾਰੀ ਸੀ ਅਕਾਲੀ ਦਲ ਨੇ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ। ਹੁਣ ਕਾਂਗਰਸ ਦੇ ਵੱਲੋਂ ਵੀ ਤਕਰੀਬਨ 40 ਤੋਂ 50 ਉਮੀਦਵਾਰਾਂ ਦੀ ਲਿਸਟ ਤਿਆਰ ਹੋ ਚੁੱਕੀ ਹੈ। ਸੋ ਇਸ ਲਿਸਟ ਦੇ ਵਿੱਚ ਕਿਹੜੇ ਨਾਮ ਹੋ ਸਕਦੇ ਨੇ, ਕਿਉਂਕਿ ਗੱਲਬਾਤ ਜੋ ਚਰਚਾਵਾਂ ਨੇ ਇਹ ਨੇ ਕਿ ਇਸ ਦੇ ਵਿੱਚ ਮੰਤਰੀਆਂ ਅਤੇ ਜੋ ਵਿਧਾਇਕ ਨੇ, ਸਿਟਿੰਗ MLA ਨੇ, ਉਹਨਾਂ ਦੇ ਨਾਮਾਂ ਦੇ ਉੱਪਰ ਤਕਰੀਬਨ ਮੋਹਰ ਲੱਗ ਚੁੱਕੀ ਹੈ। ਲੇਕਿਨ ਕੁਝ ਮੰਤਰੀਆਂ ਅਤੇ ਵਿਧਾਇਕਾਂ ਦੇ ਟਿਕਟਾਂ ਕੱਟੀਆਂ ਜਾਣ ਦਾ ਵੀ ਖਦਸ਼ਾ। ਕਿਵੇਂ ਦੇਖ ਰਹੇ ਹੋ ਪਹਿਲੀ ਲਿਸਟ ਜੋ ਕਿ ਤਕਰੀਬਨ ਤਿਆਰ ਹੈ? ਕਿਹੜੇ ਮੰਤਰੀ ਵਿਧਾਇਕਾਂ ਨੂੰ ਟਿਕਟ ਮਿਲੇਗੀ ਤੇ ਕਿਹਨਾਂ ਦੀ ਟਿਕਟ ਕੱਟੀ ਜਾ ਸਕਦੀ ਹੈ? ਕਿਵੇਂ ਦੇਖ ਰਹੇ ਹੋ ਪਹਿਲੀ ਲਿਸਟ ਨੂੰ? ਜੀ ਮਾਨ ਸਾਹਿਬ, ਦੇਖੋ ਜਿੱਥੋਂ ਤੱਕ ਕਾਂਗਰਸ ਦਾ ਸਬੰਧ ਹੈ, ਕਾਂਗਰਸ ਪਿਛਲੀਆਂ ਚੋਣਾਂ ਦੇ ਵਿੱਚ ਚਾਹੇ 17 ਦੀਆਂ ਦੇਖ ਲਓ, ਚਾਹੇ ਉਸ ਤੋਂ ਪਹਿਲਾਂ ਦੀਆਂ ਦੇਖ ਲਓ, ਉਹਦੇ ਵਿੱਚ ਵੀ ਉਹ ਆਖਰ ਦੇ ਵਿੱਚ ਆਪਣੀ ਲਿਸਟ ਜਾਰੀ ਕਰਦੀ ਰਹੀ ਹੈ। ਔਰ ਕੱਲੀ ਲਿਸਟ ਨਹੀਂ ਜਾਰੀ ਕਰਦੀ, ਆਪਣੇ ਮੁੱਖ ਮੰਤਰੀ ਦਾ ਚਿਹਰਾ ਵੀ ਉਹ ਬਿਲਕੁਲ ਐਨ ਟਾਈਮ ਦੇ ਉੱਤੇ ਕਰਦੀ ਰਹੀ ਹੈ। ਇਹ ਉਹਨਾਂ ਦੀ ਇੱਕ ਸਟ੍ਰੈਟਜੀ ਰਹੀ ਹੈ। ਸੋ ਉਸ ਸਟ੍ਰੈਟਜੀ ਦੇ ਉੱਤੇ ਹੀ ਚੱਲਦਿਆਂ ਇਸ ਵਾਰੀ ਵੀ ਉਹਨਾਂ ਨੇ ਆਖਰ ਦੇ ਵਿੱਚ ਸਭ ਤੋਂ ਬਾਅਦ, ਕਹਿਣ ਤੋਂ ਭਾਵ ਹੈ ਕਿ ਆਪਣੀ ਲਿਸਟ ਜਾਰੀ ਕੀਤੀ ਹੈ ਔਰ ਆਪਣੇ ਪੱਤੇ ਖੋਲੇ ਨੇ। ਔਰ ਉਮੀਦ ਹੈ ਕਿ 8 ਤਰੀਕ ਨੂੰ ਆਉਣ ਵਾਲੀ 8 ਤਰੀਕ ਨੂੰ ਇਹ ਜਿਹੜੀ ਲਿਸਟ ਹੈ ਜਾਰੀ ਹੋ ਜਾਏਗੀ। ਲਗਭਗ 50 ਤੋਂ 60 ਉਮੀਦਵਾਰ ਜਿਹੜੇ ਨੇ ਉਹ ਐਲਾਨਣ ਦੀ ਸੰਭਾਵਨਾ ਹੈ। ਸੋ ਇਸ ਲਿਸਟ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਉਹਨਾਂ ਨੇ ਜਿਹੜੇ ਸ਼ਰਤਾਂ ਰੱਖੀਆਂ ਨੇ, ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਵਿਨੇਬਿਲਿਟੀ ਹੋਏਗੀ ਔਰ ਮੈਰਿਟ ਦੇਖੀ ਜਾਏਗੀ। ਜੇਕਰ ਉਹਨਾਂ ਨੂੰ ਲੱਗੂਗਾ ਕਿ ਜਿਹੜਾ ਕੈਂਡੀਡੇਟ ਹੈ ਉਹ ਦੁਬਾਰਾ ਜਿੱਤ ਸਕਦਾ ਹੈ, ਜਿਵੇਂ ਤੁਸੀਂ ਕਿਹਾ ਕਿ MLA ਸਾਹਿਬਾਨ ਜਿਹੜੇ ਇਸ ਵੇਲੇ ਪ੍ਰੈਜ਼ੈਂਟ MLA ਸਾਹਿਬਾਨ ਨੇ, ਉਹਨਾਂ ਦੇ ਵਿੱਚੋਂ ਕਾਫੀ ਨਾਮ ਜਿਹੜੇ ਨੇ ਆਉਣ ਦੀ ਸੰਭਾਵਨਾ ਹੈ, ਤਾਂ ਇਹਦੇ ਵਿੱਚ ਉਹੀ ਲੋਕ ਅੱਗੇ ਆਉਣਗੇ, ਉਹੀ ਲੋਕ ਜਿਹੜੇ ਨੇ ਉਮੀਦਵਾਰ ਬਣਨਗੇ ਕਾਂਗਰਸ ਦੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਜਿਹੜੀ ਹੈਗੀ ਹੈ ਚੋਣ ਜਿੱਤੀ ਜਾ ਸਕਦੀ ਹੈ ਔਰ ਇਹ ਸੀਟ ਕੱਢ ਸਕਦੇ ਆ। ਸੋ ਉਮੀਦ ਕਰਨੀ ਬਣਦੀ ਹੈ ਕਿ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਲੋਕ ਮੈਰਿਟ ਦੇ ਆਧਾਰ ਤੇ ਆਉਣਗੇ, ਔਰ ਕੁਝ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਨਵੇਂ ਚਿਹਰੇ ਵੀ ਆ ਸਕਦੇ ਨੇ। ਖਾਸ ਤੌਰ ਤੇ ਜਿਹੜੇ MLA ਸਾਹਿਬਾਨ ਉਹਨਾਂ ਨੂੰ ਲੱਗਦਾ ਹੈ ਕਿ ਛੱਡ ਸਕਦੇ ਆ ਜਾਂ ਛੱਡ ਚੁੱਕੇ ਆ, ਜਿਵੇਂ ਆਪਾਂ ਨੇ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੈ, ਚਾਹੇ ਰਾਣਾ ਗੁਰਜੀਤ ਸੋਢੀ ਜੀ ਹੋਣ ਔਰ ਚਾਹੇ ਆਪਾਂ ਦੇਖਿਆ ਹੈ ਕਿ ਫਤਿਹ ਜੰਗ ਬਾਜਵਾ ਵੀ ਚਲੇ ਗਏ ਸੀਗੇ ਜੀ ਹਾਂ, ਬਾਜਵਾ ਸਾਹਿਬ ਦੇਖੋ ਕਿ ਕਿਸੇ ਵੇਲੇ ਕਿਹਾ ਜਾਂਦਾ ਸੀਗਾ ਕਿ ਬਹੁਤ ਖਾਸ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਮੰਨੇ ਜਾਂਦੇ ਸੀਗੇ। ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਰੈਲੀ ਕੀਤੀ ਸੀਗੀ, ਉਹਦੇ ਵਿੱਚ ਵੀ ਉਹਨਾਂ ਨੇ ਬਾਜਵਾ ਸਾਹਿਬ ਦੀ ਪਿੱਠ ਥਾਪੜੀ ਸੀਗੀ ਕਿ ਇਹਨਾਂ ਨੂੰ ਤੁਸੀਂ ਜਿਤਾਉਣਾ ਹੈ ਕਾਂਗਰਸ ਤੋਂ। ਪਰ ਹੋਇਆ ਕਿ ਆਪਾਂ ਸਾਰੇ ਜਾਣਦੇ ਆ ਕਿ ਬਿਲਕੁਲ ਉਲਟ ਹੋ ਗਿਆ। ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ
ਜਿਹੜੇ ਲੋਕਾਂ ਨੂੰ ਟਿਕਟਾਂ ਮਿਲਣਗੀਆਂ ਉਹ ਵੀ ਛੱਡ ਕੇ ਜਾ ਸਕਦੇ ਨੇ, ਜਾਂ ਉਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਕਾਫੀ ਲੋਕ ਜਿਹੜੇ ਨੇ ਦੂਸਰੀਆਂ ਪਾਰਟੀਆਂ ਦੇ ਵਿੱਚ, ਖਾਸ ਤੌਰ ਤੇ ਬੀਜੇਪੀ ਦੇ ਵਿੱਚ ਜਿਹੜੀ ਹੈਗੀ ਹੈ ਉਹ ਜਾਣ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਕਾਂਗਰਸ ਦੇ ਲਈ ਕਾਫੀ ਜਿਹੜਾ ਹੈਗਾ ਇਸ ਵੇਲੇ ਦਿੱਕਤ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਭਰੋਸਾ ਇਸ ਵੇਲੇ ਕਿਸੇ ਦੇ ਉੱਤੇ ਨਹੀਂ ਰਿਹਾ। ਉਹ ਜਿਹੜੇ ਉਹਨਾਂ ਨੂੰ ਲੱਗਦਾ ਸੀਗਾ ਕਿ ਜਿਹੜੇ ਕੈਪਟਨ ਸਾਹਿਬ ਦੇ ਨੇੜੇਲੇ ਬੰਦੇ ਨੇ ਉਹ ਕਿਸੇ ਨਾ ਕਿਸੇ ਵੇਲੇ ਵੀ ਜਿਹੜੇ ਨੇ ਉਹ ਦੂਸਰੀਆਂ ਪਾਰਟੀਆਂ ਦੇ ਵਿੱਚ, ਜਾਂ ਤਾਂ ਕੈਪਟਨ ਸਾਹਿਬ ਵਾਲੀ ਪਾਰਟੀ ਦੇ ਵਿੱਚ ਜਾਂ ਬੀਜੇਪੀ ਦੇ ਵਿੱਚ ਜਾਣ ਦੀਆਂ ਸੰਭਾਵਨਾਵਾਂ ਲੱਗੀਆਂ ਹੋਈਆਂ ਨੇ। ਇਸੇ ਕਰਕੇ ਤੁਸੀਂ ਦੇਖੋਗੇ ਕਿ ਕਾਂਗਰਸ ਜਿਹੜੀ ਹੈਗੀ ਹੈ ਉਹ ਦੁਚਿੱਤੀ ਦੇ ਵਿੱਚ ਇਸ ਵੇਲੇ ਫਸੀ ਹੋਈ ਹੈ। ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਅਸੀਂ ਕਾਂਗਰਸ ਦੇ ਵਿੱਚ ਜਿਹੜੇ ਕੈਪਟਨ ਸਾਹਿਬ ਦੇ ਨੇੜਲੇ ਬੰਦੇ ਆ ਉਹਨਾਂ ਦਾ ਕੀ ਕੀਤਾ ਜਾਏ। ਉਹਨਾਂ ਨੂੰ ਹੁਣ ਜਾਂ ਤਾਂ ਛੱਡਣਾ, ਜੇਕਰ ਛੱਡਦੇ ਆ ਤਾਂ ਵੀ ਕਾਂਗਰਸ ਨੂੰ ਕਾਫੀ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨੇ। ਜੇਕਰ ਉਹਨਾਂ ਨੂੰ ਦੁਬਾਰਾ ਟਿਕਟ ਅਨਾਉਂਸਮੈਂਟ ਹੁੰਦੀ ਹੈ ਉਹਨਾਂ ਦੀ, ਜਿਹੜੇ ਖਾਸ ਤੌਰ ਤੇ ਖਾਸ ਨੇ ਕੈਪਟਨ ਸਾਹਿਬ ਦੇ, ਤਾਂ ਉਹ ਉਹਨਾਂ ਦੇ ਵਿੱਚ ਬਾਅਦ ਦੇ ਵਿੱਚ ਵੀ ਦਿੱਕਤ ਆਉਣ ਦੀਆਂ ਸੰਭਾਵਨਾਵਾਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਇਸ ਨੂੰ ਲੈ ਕੇ ਦੁਚਿੱਤੀ ਦੇ ਵਿੱਚ ਫਸੀ ਹੋਈ ਹੈ, ਸ਼ਸ਼ੋਪੰਜ ਦੇ ਵਿੱਚ ਹੈ ਕਾਂਗਰਸ, ਇਸੇ ਕਰਕੇ ਡਿਲੇ ਹੋ ਰਹੀ ਹੈ ਲਿਸਟ। ਸੋ ਉਮੀਦ ਹੈ ਕਿ ਇਹ ਜਿਹੜੀ ਹੈਗੀ ਹੈ ਦੁਚਿੱਤੀ ਦੂਰ ਕੀਤੀ ਜਾਏਗੀ ਔਰ ਅਖੀਰ ਨੂੰ ਫੈਸਲਾ ਤਾਂ ਉਹਨਾਂ ਨੂੰ ਲੈਣਾ ਹੀ ਪਏਗਾ, ਔਰ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਵਿਸ਼ਵਾਸ ਪਾਤਰ ਨੇ ਉਹਨਾਂ ਦੀ ਟਿਕਟ ਦੇ ਉੱਤੇ ਖੜ ਸਕਦੇ ਆ, ਦੂਸਰੀਆਂ ਪਾਰਟੀਆਂ ਦੇ ਵਿੱਚ ਨਹੀਂ ਜਾਣਗੇ, ਤਾਂ ਉਹਨਾਂ ਦੀ ਜਿਹੜੇ ਉਹਨਾਂ ਦੇ ਨਾਮ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ 8 ਤਰੀਕ ਨੂੰ ਉਮੀਦ ਹੈ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਅਨਾਉਂਸਮੈਂਟ ਲਿਸਟ ਦੀ ਹੋ ਸਕਦੀ ਹੈ ਮਾਨ ਸਾਹਿਬ। ਸੋ ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਹੈਗੀ ਕਾਂਗਰਸ ਹਾਈ ਕਮਾਂਡ ਦੀਆਂ ਮੁਸ਼ਕਿਲਾਂ ਦੀ, ਵੀ ਕਿਉਂ ਲੇਟ ਹੋ ਰਹੀ ਹੈ ਲਿਸਟ, ਦੁਚਿੱਤੀ ਦੀ ਗੱਲ ਕੀਤੀ ਹੈਗੀ, ਲੇਕਿਨ ਇਹ ਦੁਚਿੱਤੀ ਦੂਰ ਕਿਵੇਂ ਹੋਏਗੀ, ਇਹ ਮੁਸ਼ਕਿਲਾਂ ਦੂਰ ਕਿਵੇਂ ਹੋਣਗੀਆਂ? ਕਿਉਂਕਿ 117 ਸੀਟਾਂ ਨੇ, ਉਮੀਦਵਾਰ 117 ਚੁਣਨੇ ਨੇ, ਤੇ ਤਕਰੀਬਨ 1600 ਉਮੀਦਵਾਰਾਂ ਦੀ ਜੋ ਅਰਜੀ ਪਹੁੰਚੀ ਹੈ ਜੀ, ਜੋ ਆਪਦੇ ਆਪ ਨੂੰ ਉਮੀਦਵਾਰ ਸਮਝਦੇ, ਮਜ਼ਬੂਤ ਦਾਅਵੇਦਾਰ ਸਮਝਦੇ ਨੇ, 1600 ਅਰਜੀ ਪਹੁੰਚੀ ਹੈ, 1600 ਦੇ ਵਿੱਚੋਂ 117 ਚੁਣਨੇ ਪੈਣਗੇ। ਜੇਕਰ ਗੱਲ ਕਰੀਏ ਅਜੇ ਵੀ ਕੁਝ ਜੋ ਸਿਟਿੰਗ ਮੰਤਰੀ ਨੇ, ਐਮਐਲਏ ਨੇ, ਉਹਨਾਂ ਦੇ ਵੱਲੋਂ ਆਪਣੇ ਹਲਕੇ ਬਦਲਣ ਦੀਆਂ ਕੋਸ਼ਿਸ਼ਾਂ ਜਾਰੀ ਨੇ, ਇਸ ਕਰਕੇ ਉਹਨਾਂ ਨੇ ਅਰਜ਼ੀਆਂ ਨਹੀਂ ਭੇਜੀਆਂ। ਸੋ ਕਾਂਗਰਸ ਕਿਵੇਂ ਪਾਰ ਉਤਾਰਾ ਕਰੇਗੀ, ਕਿਸ ਤਰ੍ਹਾਂ 117 ਬੰਦੇ ਚੁਣੇਗੀ, ਕਿਉਂਕਿ 1600 ਤੋਂ ਵੱਧ ਅਰਜ਼ੀਆਂ ਕਾਂਗਰਸ ਹਾਈ ਕਮਾਨ ਕੋਲੇ ਜਾ ਚੁੱਕੀਆਂ ਨੇ। ਰੇਟ ਕਾ ਵਧੇਗਾ ਜੇਕਰ ਕਿਸੇ ਨੂੰ ਟਿਕਟ ਨਹੀਂ ਮਿਲੇਗੀ, ਤਾਂ ਜਿਵੇਂ ਤੁਸੀਂ ਕਿਆਸ ਰਾਈਆਂ ਲਗਾਈਆਂ ਨੇ ਵੀ ਹੋਰ ਐਮਐਲਏ ਤੇ ਹੋਰ ਵੱਡੇ ਵਰਕਰ, ਵੱਡੇ ਚਿਹਰੇ ਦੂਸਰੀਆਂ ਪਾਰਟੀਆਂ 'ਚ ਜਾ ਸਕਦੇ ਨੇ, ਖੋਰਾ ਕਾਂਗਰਸ ਨੂੰ ਹੋਰ ਵੀ ਲੱਗ ਸਕਦਾ ਹੈ। ਜੇਕਰ ਖਰੜ ਸੀਟ ਦੀ ਗੱਲ ਕਰੀਏ ਤਾਂ ਉੱਥੋਂ ਇਕੱਲਿਆਂ 35 ਉਮੀਦਵਾਰਾਂ ਨੇ ਆਪਣੀਆਂ ਅਰਜ਼ੀਆਂ ਭੇਜੀਆਂ ਨੇ। ਕਿਵੇਂ ਦੇਖ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀਆਂ ਜ਼ਿਆਦਾ ਮੁਸ਼ਕਿਲਾਂ ਦਾ ਵਾਧਾ ਹੋਏਗਾ? ਕਾਂਗਰਸ ਕੀ ਇਸ ਦੁਚਿੱਤੀ ਚੋਂ ਬਾਹਰ ਆਏਗੀ? ਜੇ ਬਾਹਰ ਆਏਗੀ ਤਾਂ ਕਿਵੇਂ ਆਏਗੀ ਜੀ? ਮਾਨ ਸਾਹਿਬ ਦੇਖੋ, ਜੇ ਆਪਾਂ 17 ਦੀ ਔਰ 22 ਦੀ ਗੱਲ ਕਰਦੇ ਹਾਂ ਔਰ ਇਹਦਾ ਐਨਾਲਿਸਿਸ ਕਰਦੇ ਹਾਂ, 17 ਦੇ ਵਿੱਚ ਕਾਂਗਰਸ ਦੇ ਲਈ ਬਹੁਤ ਸੌਖਾ ਸੀਗਾ, ਕਿਉਂਕਿ 10 ਸਾਲਾਂ ਬਾਅਦ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਸੱਤਾ 'ਚ ਆ ਰਹੀ ਸੀਗੀ ਔਰ ਆਪਣੀ ਲੜਾਈ ਲੜ ਰਹੀ ਸੀਗੀ। ਉਸ ਵੇਲੇ ਕੋਈ ਇਦਾਂ ਦੀਆਂ ਸੰਭਾਵਨਾਵਾਂ ਨਹੀਂ ਸੀ ਲੱਗਦੀਆਂ, ਅੰਦਰ ਖਾਤੇ ਕੋਈ ਇਦਾਂ ਦੀ ਫੁੱਟ ਨਹੀਂ ਸੀਗੀ, ਇਦਾਂ ਦਾ ਕਾਟੋ ਕਲੇਸ਼ ਨਹੀਂ ਸੀਗਾ ਜਿਵੇਂ ਹੁਣ ਪਿਛਲੇ ਵਾਰੀ ਰਿਹਾ ਹੈ। ਲਗਭਗ ਆਪਾਂ 1 ਸਾਲ ਤੋਂ ਦੇਖ ਰਹੇ ਹਾਂ ਕਾਂਗਰਸ ਦੇ ਵਿੱਚ, ਪਿਛਲਾ 1 ਸਾਲ ਜਿਹੜਾ ਹੈਗਾ ਬਹੁਤ ਖਤਰਿਆਂ ਭਰਿਆ ਜਾਂ ਜਿਹੜਾ ਹੈਗਾ ਅਪਸ ਐਂਡ ਡਾਊਨਸ ਵਾਲਾ ਰਿਹਾ ਹੈ ਕਾਂਗਰਸ ਦਾ, ਕਹਿ ਸਕਦੇ ਹਾਂ। ਤਾਂ ਉਸ ਦੌਰ ਦੇ ਵਿੱਚ ਬਹੁਤ ਸਾਰੇ ਗਰੁੱਪਸ ਜਿਹੜੇ ਨੇ, ਬਹੁਤ ਸਾਰੇ ਜਿਹੜੇ ਆ ਖੇਮੇ ਉਹ ਹੋਂਦ ਵਿੱਚ ਆਏ ਨੇ ਕਾਂਗਰਸ ਦੇ। ਖਾਸ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ, ਇੱਕ ਪਾਸੇ ਚੰਨੀ ਸਾਹਿਬ ਦਾ ਖੇਮਾ ਹੈ, ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦਾ ਧੜਾ ਹੈ, ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਧੜਾ ਹੈ, ਇੱਕ ਪਾਸੇ ਮਾਝਾ ਬ੍ਰਿਗੇਡ ਹੈ, ਔਰ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਦੁੱਲੋ ਸਾਹਿਬ ਜਾਂ ਹੋਰ ਜਿਹੜੇ ਨੇ, ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਬੇਅੰਤ ਸਿੰਘ ਹੋਰਾਂ ਦਾ ਪਰਿਵਾਰ ਹੈ, ਉਹ ਆਪਣੇ ਆਪ ਨੂੰ ਟਕਸਾਲੀ ਪਰਿਵਾਰ ਕਹਿੰਦਾ ਹੈ। ਯਾਨੀ ਕਿ ਬਹੁਤ ਸਾਰੇ ਧੜੇ ਜਿਹੜੇ ਨੇ ਇਸ ਵੇਲੇ ਸਾਹਮਣੇ ਆ ਰਹੇ ਨੇ। ਇਸ ਕਰਕੇ ਹਰ ਵੇਲੇ ਕਾਂਗਰਸ ਦੀ ਚਿੰਤਾ ਇਹੀ ਰਹਿੰਦੀ ਹੈ ਕਿ ਜੇ ਤੁਸੀਂ ਇੱਕ ਧੜੇ ਨੂੰ ਖੁਸ਼ ਕਰੋਗੇ ਤਾਂ ਲਾਜ਼ਮੀ ਤੌਰ ਤੇ ਦੂਸਰਾ ਧੜਾ ਜਿਹੜਾ ਹੈਗਾ ਨਾਰਾਜ਼ ਹੋ ਜਾਏਗਾ। ਸੋ ਇਹੀ ਕਾਰਨ ਹੈ ਕਿ ਲਗਾਤਾਰ ਦਿੱਲੀ ਦੇ ਵਿੱਚ ਮੀਟਿੰਗਾਂ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਔਰ ਤੁਸੀਂ ਜਿਵੇਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੀਗਾ ਸੁਨੀਲ ਜਾਖੜ ਸਾਹਿਬ ਦਾ, ਉਹ ਆਪਣੇ ਆਪ ਨੂੰ ਇੱਕ ਵੱਖਰਾ ਧੜਾ ਮਹਿਸੂਸ ਕਰ ਰਹੇ ਨੇ, ਵੱਖਰਾ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ, ਵੱਖਰਾ ਮਹਿਸੂਸ ਕਰ ਰਹੇ ਨੇ। ਸੋ ਇਹੀ ਕਾਰਨ ਹੈ ਕਿ ਉਹਨਾਂ ਦੇ ਬਿਆਨ ਹਰ ਰੋਜ਼ ਜਿਹੜਾ ਹੈਗਾ ਆਪਣੀ ਹੀ ਪਾਰਟੀ ਦੇ ਖਿਲਾਫ ਆ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜੀ ਕਾਂਗਰਸ ਦੀ ਇਸ ਵੇਲੇ ਸਥਿਤੀ ਹੈ ਉਹ ਕੋਈ ਬਹੁਤੀ ਵਧੀਆ ਸਥਿਤੀ ਨਹੀਂ ਹੈ। ਉਹਦੇ ਵਿੱਚ ਹਰ ਧੜਾ ਜਿਹੜਾ ਹੈਗਾ ਇਹੀ ਚਾਹੁੰਦਾ ਹੈ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ, ਸਾਡੇ ਬੰਦੇ ਜਿਹੜੇ ਨੇ ਅੱਗੇ ਲਿਆਂਦੇ ਜਾਣ। ਪਰ ਹੁਣ ਇਸ ਸਾਰੇ ਰੌਲੇ ਗੋਲੇ ਨੂੰ ਕਿਵੇਂ ਕਾਂਗਰਸ ਟੈਕਲ ਕਰੇਗੀ, ਇਹ ਇੱਕ ਬਹੁਤ ਵੱਡਾ ਸਵਾਲ ਜਿਹੜਾ ਹੈਗਾ ਕਾਂਗਰਸ ਦੇ ਉੱਤੇ, ਖਾਸ ਤੌਰ ਤੇ ਜਿਹੜੀ ਹਾਈ ਕਮਾਂਡ ਹੈ ਉਹਦੇ ਉੱਤੇ। ਇਹੀ ਕਾਰਨ ਹੈ ਕਿ ਲਗਾਤਾਰ ਇਹ ਲਿਸਟ ਜਿਹੜੀ ਹੈਗੀ ਹੈ
ਲੇਟ ਹੋ ਰਹੀ ਹੈ ਔਰ ਇਹਦੇ ਵਿੱਚ ਕਿਤੇ ਨਾ ਕਿਤੇ ਇਹ ਸੰਭਾਵਨਾਵਾਂ ਜ਼ਰੂਰ ਲੱਗਦੀਆਂ ਨੇ ਕਿ ਹਰ ਹਾਲਤ ਦੇ ਵਿੱਚ ਜਿਹੜੇ ਵੱਡੇ ਲੀਡਰ ਨੇ ਜਦੋਂ ਚੋਣ ਜ਼ਾਬਤਾ ਲੱਗਦਾ ਹੈ, ਔਰ ਕੈਪਟਨ ਸਾਹਿਬ ਵੀ ਇਹ ਗੱਲ ਸਾਫ਼ ਕਰ ਚੁੱਕੇ ਨੇ ਕਿ ਜਿੱਦਣ ਚੋਣ ਜ਼ਾਬਤਾ ਲੱਗੇਗਾ ਉਦੋਂ ਤੁਸੀਂ ਦੇਖਣਾ ਕਿ ਸਥਿਤੀ ਕਿਵੇਂ ਬਦਲਦੀ ਆ ਕਾਂਗਰਸ ਦੀ। ਸੋ ਕਾਂਗਰਸ ਦੇ ਵਿੱਚੋਂ ਬਹੁਤ ਸਾਰੇ ਵੱਡੇ ਲੀਡਰ ਜਿਹੜੇ ਨੇ ਉਹ ਦੂਸਰੀਆਂ ਪਾਰਟੀਆਂ ਦੇ ਵਿੱਚ, ਖਾਸ ਤੌਰ ਤੇ ਕੈਪਟਨ ਸਾਹਿਬ ਦੀ ਪਾਰਟੀ ਜਾਂ ਬੀਜੇਪੀ ਦੇ ਵਿੱਚ ਸ਼ਿਫਟ ਹੋਣਗੇ, ਔਰ ਜਿਨ੍ਹਾਂ ਨੂੰ ਲੱਗੇਗਾ ਕਿ ਟਿਕਟਾਂ ਸਾਡੀਆਂ ਕੱਟੀਆਂ ਜਾ ਰਹੀਆਂ ਨੇ, ਖਾਸ ਤੌਰ ਤੇ ਜਿਵੇਂ ਕਿਹਾ ਜਾ ਰਿਹਾ ਕਿ ਇੱਕੋ ਪਰਿਵਾਰ ਦੇ ਵਿੱਚੋਂ ਇੱਕੋ ਹੀ ਉਮੀਦਵਾਰ ਨੂੰ ਐਲਾਨਿਆ ਜਾਏਗਾ, ਉਹਨੂੰ ਇੱਕ ਟਿਕਟ ਦਿੱਤੀ ਜਾਏਗੀ। ਇਸੇ ਤਰ੍ਹਾਂ ਵਿਨੇਬਿਲਿਟੀ ਨੂੰ ਚੈੱਕ ਕੀਤਾ ਜਾਏਗਾ, ਸਰਵੇ ਕਰਵਾਏ ਜਾਣਗੇ। ਜੇਕਰ ਇਹਨਾਂ ਆਧਾਰ ਦੇ ਉੱਤੇ ਟਿਕਟਾਂ ਮਿਲਦੀਆਂ ਨੇ ਤਾਂ ਲਾਜ਼ਮੀ ਤੌਰ ਤੇ ਬਹੁਤ ਵੱਡਾ ਜਿਹੜਾ ਹੈਗਾ ਹਿੱਸਾ ਕਾਂਗਰਸ ਦਾ ਖਿਸਕੇਗਾ ਔਰ ਦੂਸਰੀਆਂ ਪਾਰਟੀਆਂ ਦੇ ਵਿੱਚ ਜਾਏਗਾ, ਔਰ 22 ਦੇ ਵਿੱਚ ਇੱਕ ਵੱਡਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਕਾਂਗਰਸ ਨੂੰ ਨਜ਼ਰ ਆ ਰਹੀਆਂ ਨੇ। ਮਾਨ ਸਾਹਿਬ, ਸੋ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਸੀਗੀ ਆਪਣੇ ਐਨਾਲਿਸਿਸ ਦੇ ਵਿੱਚ ਸੁਨੀਲ ਜਾਖੜ ਸਾਹਿਬ ਦੀ, ਵੀ ਆਪਣਾ ਵੱਖਰਾ ਧੜਾ ਬਣਾ ਨੇ। ਕੀ ਤੁਹਾਨੂੰ ਲੱਗਦਾ ਸੁਨੀਲ ਜਾਖੜ ਸਾਹਿਬ ਦਾ ਕੋਈ ਵੱਖਰਾ ਧੜਾ ਹੈ? ਦੂਸਰੀ ਗੱਲ, ਸੁਨੀਲ ਜਾਖੜ ਸਾਹਿਬ ਕਾਂਗਰਸ ਦੇ ਕੰਪੇਨ ਕਮੇਟੀ ਦੇ ਚੇਅਰਮੈਨ ਨੇ, ਲੇਕਿਨ ਜਿਵੇਂ ਜਦੋਂ ਕਿ ਇਸ ਸਮੇਂ ਪੰਜਾਬ ਦੇ ਵਿੱਚ ਰਾਜਨੀਤੀ ਆਪਣੇ ਸ਼ਬਾਬ ਦੇ ਉੱਪਰ ਹੈ, ਰਾਜਨੀਤੀ ਪੂਰੀ ਭਖੀ ਹੋਈ ਹੈ, ਹਰ ਰੋਜ਼ ਵੱਡੀਆਂ ਰੈਲੀਆਂ ਹਰ ਇੱਕ ਪਾਰਟੀ ਵੱਲੋਂ ਕੀਤੇ ਜਾ ਰਹੇ ਨੇ, ਉਹਨਾਂ ਦਾ ਵਿਦੇਸ਼ ਦੌਰਾ ਵਿੱਚ ਵਿਚਾਲੇ ਛੱਡ ਕੇ, ਇਹਨਾਂ ਰੈਲੀਆਂ ਨੂੰ ਛੱਡ ਕੇ, ਜਦੋਂ ਕਿ ਕੰਪੇਨ ਕਮੇਟੀ ਦੇ ਉਹ ਚੇਅਰਮੈਨ ਨੇ ਵਿਦੇਸ਼ ਚਲੇ ਗਏ ਨੇ, ਸਵਾਲ ਉੱਠਣ ਲੱਗੇ ਨੇ ਕਿ ਸਹੀ ਚੋਣ ਸੀ ਉਹਨਾਂ ਦੀ, ਕਿ ਉਹਨਾਂ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਚੁਣਿਆ ਜਾਣਾ ਸੀ ਜਾਂ ਫਿਰ ਆਪਣੇ ਹਿੰਦੂ ਵੋਟ ਨੂੰ ਬਚਾਉਣ ਵਾਸਤੇ ਉਹਨਾਂ ਦੀ ਚੋਣ ਕੀਤੀ ਗਈ ਹੈ। ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ? ਚੋਣ ਸਹੀ ਹੋਈ ਹੈ ਤੇ ਉਹਨਾਂ ਦਾ ਵਿਦੇਸ਼ ਵਿੱਚ ਜਾਣਾ ਕੀ ਇੱਕ ਵੱਡਾ ਸਵਾਲ ਚਿੰਨ੍ਹ ਕਾਂਗਰਸ ਦੇ ਲਈ ਤੇ ਕਾਂਗਰਸ ਦੀ ਚੋਣ ਦੇ ਉੱਪਰ? ਮਾਨ ਸਾਹਿਬ ਦੇਖੋ, ਜਾਖੜ ਸਾਹਿਬ ਇੱਕ ਇਸ ਵੇਲੇ ਸਾਨੂੰ ਇੱਕ ਜ਼ਖਮੀ ਪਰਿੰਦੇ ਦੀ ਤਰ੍ਹਾਂ ਦਿਖਾਈ ਦੇ ਰਹੇ ਨੇ। ਜਿਵੇਂ ਪਰਿੰਦਾ ਜਿਹੜਾ ਹੈਗਾ ਤੜਫ ਰਿਹਾ ਹੁੰਦਾ ਹੈ ਜਦੋਂ ਕੋਈ ਉਹਦੇ ਤੀਰ ਲੱਗ ਜਾਂਦਾ ਜਾਂ ਕੋਈ ਸੱਟ ਲੱਗ ਜਾਂਦੀ ਹੈ, ਉਸ ਤਰ੍ਹਾਂ ਦੀ ਇਸ ਵੇਲੇ ਪੋਜੀਸ਼ਨ ਹੈ ਜਾਖੜ ਸਾਹਿਬ ਦੀ। ਸੋ ਇਹੀ ਕਾਰਨ ਹੈ ਕਿ ਉਹ ਲਗਾਤਾਰ ਆਪਣੀ ਹੀ ਪਾਰਟੀ ਦੇ ਵਿਰੋਧ ਵਿੱਚ ਖੜਦੇ ਨਜ਼ਰ ਆ ਰਹੇ ਨੇ। ਪਿਛਲੇ ਬਿਆਨ ਜਦੋਂ ਅਸੀਂ ਉਹਨਾਂ ਦੇ ਵੇਖਦੇ ਹਾਂ, ਚਾਹੇ ਉਹ ਚੰਨੀ ਸਾਹਿਬ ਦੇ ਖਿਲਾਫ ਹੋਣ, ਚਾਹੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੋਣ, ਜਾਂ ਹੁਣ ਜਿਹੜਾ ਹੈਗਾ ਨਵਾਂ ਲੇਟੈਸਟ ਬਿਆਨ ਆਇਆ ਹੈ ਮੋਦੀ ਦੇ ਹੱਕ ਦੇ ਵਿੱਚ ਜਿਹੜਾ ਬਿਆਨ ਉਹਨਾਂ ਨੇ ਦਿੱਤਾ ਹੈ, ਇਹੀ ਕਾਰਨ ਹੈ ਕਿ ਜਾਖੜ ਸਾਹਿਬ ਲਗਾਤਾਰ ਉਹਨਾਂ ਦੀ ਜਿਹੜੀ ਅੰਦਰਲੀ ਜੋ ਉਦਾਸੀ ਹੈ, ਅੰਦਰਲਾ ਦੁੱਖ ਹੈ ਉਹਨਾਂ ਦਾ, ਉਹ ਆਪਣੇ ਟਵੀਟਾਂ ਦੇ ਰਾਹੀਂ ਸਾਹਮਣੇ ਆ ਰਿਹਾ ਹੈ। ਸੋ ਇਹੀ ਕਾਰਨ ਹੈ ਕਿ ਜਾਖੜ ਸਾਹਿਬ ਨੂੰ ਲੱਗਦਾ ਹੈ ਕਿ ਪਹਿਲਾਂ ਮੇਰੀ ਪ੍ਰਧਾਨਗੀ ਖੋਹੀ ਗਈ, ਫਿਰ ਮੇਰਾ ਜਿਹੜਾ ਹੈਗਾ ਮੁੱਖ ਮੰਤਰੀ ਬਣਨ ਦਾ ਇੱਕ ਸੁਪਨਾ ਸੀਗਾ ਉਹ ਚਕਨਾਚੂਰ ਹੋਇਆ। ਸੋ ਇਹੀ ਕਾਰਨ ਹੈ ਕਿ ਉਹਨਾਂ ਨੂੰ ਜਦੋਂ ਹੁਣ ਚੇਅਰਮੈਨ ਬੇਸ਼ੱਕ ਲਗਾਇਆ ਗਿਆ, ਪਰ ਉਹਨਾਂ ਦੀ ਜਿਹੜੀ ਇੱਛਾ ਸੀਗੀ ਉਹ ਪੂਰੀ ਨਾ ਹੋਣ ਕਰਕੇ ਉਹ ਅੱਜ ਪੰਜਾਬ ਨੂੰ ਛੱਡ ਕੇ ਜਿਹੜਾ ਹੈਗਾ ਵਿਦੇਸ਼ਾਂ ਚਲੇ ਗਏ ਨੇ। ਸੋ ਇੱਥੋਂ ਹੀ ਲੱਗਦਾ ਹੈ ਕਿ ਉਹਨਾਂ ਦੀ ਨਾਰਾਜ਼ਗੀ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਔਰ ਉਮੀਦ ਇਹੀ ਕਰਨੀ ਬਣਦੀ ਹੈ ਕਿ ਉਹ ਇੱਕ ਆਪਣਾ ਵੱਖਰਾ ਧੜਾ ਜਾਂ ਆਪਣੇ ਨਾਲ ਜਿਹੜੇ ਲੋਕ ਨੇ ਉਹ ਦੂਸਰੀਆਂ ਪਾਰਟੀਆਂ ਦੇ ਵਿੱਚ ਕਦੇ ਵੀ ਉਹ ਸ਼ਾਮਲ ਹੋ ਸਕਦੇ ਨੇ, ਜਾਂ ਬੀਜੇਪੀ ਦੇ ਵਿੱਚ ਜਾ ਸਕਦੇ ਨੇ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਸਕਦੇ ਨੇ। ਖਾਸ ਤੌਰ ਤੇ ਉਹਨਾਂ ਦੀ ਨੇੜਤਾ ਆਪਾਂ ਸਾਰੇ ਜਾਣਦੇ ਹਾਂ ਕਿ ਕੈਪਟਨ ਸਾਹਿਬ ਨਾਲ ਰਹੀ ਹੈ, ਔਰ ਕੈਪਟਨ ਸਾਹਿਬ ਦੇ ਨਾਲ ਲਗਾਤਾਰ ਉਹਨਾਂ ਨੇ ਕਈ ਸਾਲ ਕੰਮ ਕੀਤਾ ਹੈ। ਸੋ ਇਹੀ ਆਪਾਂ ਕਹਿ ਸਕਦੇ ਹਾਂ ਕਿ ਕੈਪਟਨ ਸਾਹਿਬ ਨਾਲ ਉਹ ਕਿਸੇ ਵੇਲੇ ਵੀ ਜਾ ਸਕਦੇ ਨੇ, ਆਪਣਾ ਜਿਹੜਾ ਹੈਗਾ ਪਾਲਾ ਬਦਲ ਸਕਦੇ ਨੇ। ਸੋ ਜਾਖੜ ਸਾਹਿਬ ਤੋਂ ਜਿਹੜੇ ਕਿ ਇਹ ਮੰਨਦੇ ਸੀ ਕਿ ਅਸੀਂ ਕਾਂਗਰਸ ਦੇ ਨਾਲ ਖੜੇ ਆ, ਟਕਸਾਲੀ ਕਾਂਗਰਸੀ ਆ, ਉਹ ਵੀ ਜੇਕਰ ਜਾਂਦੇ ਆ ਤਾਂ ਤੁਸੀਂ ਜਿਹੜੇ ਆਮ ਜਿਹੜਾ ਕਾਂਗਰਸੀ ਹੈ, ਆਮ ਵਲੰਟੀਅਰ ਹੈ, ਉਹ ਤਾਂ ਜਾਏਗਾ ਹੀ ਜਾਏਗਾ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਹੋਰ ਲੋਕ ਵੀ ਨੇ। ਤੁਸੀਂ ਪ੍ਰਤਾਪ ਸਿੰਘ ਬਾਜਵਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹਨਾਂ ਦੀਆਂ ਲਗਾਤਾਰ ਮੀਟਿੰਗਾਂ ਜਿਹੜੀਆਂ ਉਹ ਕਰ ਰਹੇ ਸੀ, ਕੋਸ਼ਿਸ਼ ਕਿ ਅਸੀਂ ਮੈਨੀਫੈਸਟੋ ਬਾਰੇ ਮੀਟਿੰਗਾਂ ਕਰਾਂਗੇ, ਉਹ ਮੀਟਿੰਗਾਂ ਵੀ ਨਹੀਂ ਹੋ ਰਹੀਆਂ, ਉਹਨਾਂ ਨੂੰ ਮੈਂਬਰ ਨਹੀਂ ਮਿਲ ਰਹੇ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜੀਆਂ ਕਮੇਟੀਆਂ ਬਣਾਈਆਂ ਗਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਵੱਲੋਂ, ਉਹਨਾਂ ਦੇ ਉੱਤੇ ਵੀ ਇਸ ਵੇਲੇ ਖਤਰੇ ਦੀ ਘੰਟੀ ਜਿਹੜੀ ਹੈਗੀ ਹੈ ਦਿਖਾਈ ਦੇ ਰਹੀ ਹੈ। ਸੋ ਉਮੀਦ ਹੈ ਕਿ ਕਾਂਗਰਸ ਇਹ ਸਾਰੇ, ਖਾਸ ਤੌਰ ਤੇ ਜਿਹੜੀ ਹਾਈ ਕਮਾਂਡ ਹੈ, ਇਹ ਸਾਰੇ ਜਿਹੜੇ ਗੁੱਸੇ ਗਿਲੇ ਨੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗੀ, ਔਰ ਆਪਣੇ ਉਮੀਦਵਾਰਾਂ ਨੂੰ ਬਣਾ ਕੇ ਜਿਹੜੇ ਚੰਗੇ ਉਮੀਦਵਾਰ ਨੇ ਉਹਨਾਂ ਨੂੰ ਅੱਗੇ ਲੈ ਕੇ ਆਏਗੀ। ਜੇਕਰ ਇਹ ਨਹੀਂ ਹੁੰਦਾ ਤਾਂ ਬਹੁਤ ਦਿੱਕਤ ਆ ਸਕਦੀ ਹੈ। ਜਦੋਂ ਇਹ ਟਿਕਟਾਂ ਦੀ ਵੰਡ ਹੋਏਗੀ, ਲਿਸਟਾਂ ਆਉਣਗੀਆਂ ਬਾਹਰ, ਤਾਂ ਕਾਫੀ ਜਿਹੜਾ ਹੈਗਾ ਰੌਲਾ ਰੱਪਾ ਕਾਂਗਰਸ ਦੇ ਵਿੱਚ ਪੈਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਮਾਨ ਸਾਹਿਬ, ਬਿਲਕੁਲ ਸਰ, ਤੁਸੀਂ ਸੁਨੀਲ ਜਾਖੜ ਦੀ ਗੱਲ ਕਰ ਰਹੇ ਸੀਗੇ, ਟਿਕਟਾਂ ਦੀ ਵੰਡ ਦੀ ਗੱਲ ਕੀਤੀ, ਨਾਲ ਤੁਸੀਂ ਜਾਖੜ ਸਾਹਿਬ ਵੱਲੋਂ ਇਹ ਵੀ ਕਿਹਾ ਸੀ ਕਿ ਜੋ ਸੁਰੱਖਿਆ ਸੇਧ ਹੋਈ ਹੈਗੀ ਪ੍ਰਾਈਮ ਮਿਨਿਸਟਰ ਦੇ ਦੌਰੇ ਦੌਰਾਨ ਪੰਜਾਬ ਦੇ ਵਿੱਚ, ਉਹਦੇ ਵਿੱਚ ਵੀ ਉਹ ਬੀਜੇਪੀ ਦੇ ਪੱਖ ਦੇ ਵਿੱਚ ਬੋਲਦੇ ਨਜ਼ਰ ਆਏ ਨੇ। ਸੋ ਲੇਕਿਨ ਜਿੱਥੇ ਬਾਕੀ ਸਾਰੀਆਂ ਪਾਰਟੀਆਂ, ਪੂਰਾ ਦੇਸ਼
ਇਸ ਬਾਰੇ ਗੱਲਬਾਤ ਕਰ ਰਿਹਾ, ਸੁਰੱਖਿਆ ਸੇਧ ਦੀ ਗੱਲ ਕਰ ਰਿਹਾ। ਉੱਥੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਚੁੱਪੀ, ਵੱਡੇ ਸਵਾਲ ਖੜੇ ਹੋ ਰਹੇ ਨੇ ਚੁੱਪੀ ਦੇ ਉੱਪਰ। ਕੇਂਦਰੀ ਮੰਤਰੀ ਵੱਲੋਂ, ਭਾਵੇਂ ਕਿ ਕੇਂਦਰ ਦੇ ਗ੍ਰਹਿ ਮੰਤਰੀ ਵੱਲੋਂ ਜਾਂ ਗ੍ਰਹਿ ਵਿਭਾਗ ਦੇ ਵੱਲੋਂ ਹੁਣ 3 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ, ਲੇਕਿਨ ਇਹ ਕਮੇਟੀ ਦਾ ਗਠਨ ਦੇ ਵਿੱਚ ਦੇਰੀ, ਵੱਡੇ ਸਵਾਲ ਉੱਠ ਰਹੇ ਨੇ। ਕਿਵੇਂ ਦੇਖ ਰਹੇ ਹੋ ਕਿ ਅਮਿਤ ਸ਼ਾਹ ਅਤੇ ਪੀਐਮ ਤੇ ਨਾਲ ਅਮਿਤ ਸ਼ਾਹ ਦੇ ਵਿੱਚ ਸਭ ਕੁਝ ਠੀਕ ਹੈ, ਬੀਜੇਪੀ ਦੇ ਸਭ ਕੁਝ ਠੀਕ ਹੈ, ਕਿ ਇਹ ਦੇਰੀ ਅਮਿਤ ਸ਼ਾਹ ਅਤੇ ਪ੍ਰਾਈਮ ਮਿਨਿਸਟਰ ਦੇ ਵਿੱਚ ਤਰੇੜਾਂ ਦੀ ਕੋਈ ਕਾਰਨ ਤਾਂ ਨਹੀਂ ਬਣੇਗੀ, ਜਾਂ ਕੋਈ ਤਰੇੜਾਂ ਨੇ ਜਿਹਦੇ ਕਾਰਨ ਇਹ ਦੇਰੀ ਹੋਈ ਹੈ? ਕਿਵੇਂ ਦੇਖ ਰਹੇ ਹੋ ਕਿ ਬੀਜੇਪੀ ਦੇ ਵਿੱਚ ਸਭ ਕੁਝ ਠੀਕ ਹੈ, ਅਮਿਤ ਸ਼ਾਹ ਜੋ ਕਿ ਦੇਸ਼ ਦੇ ਨੰਬਰ 2 ਦੇ ਲੀਡਰ ਨੇ ਭਾਜਪਾ ਦੇ, ਤੇ ਪ੍ਰਾਈਮ ਮਿਨਿਸਟਰ ਸਾਹਿਬ, ਉਹਨਾਂ ਵਿੱਚ ਸਭ ਕੁਝ ਠੀਕ ਹੈ, ਕੋਈ ਤਰੇੜਾਂ ਤਾਂ ਨਹੀਂ ਦਿਖ ਰਹੀਆਂ ਤੁਹਾਨੂੰ? ਕਿਉਂਕਿ ਕਮੇਟੀ ਦੇ ਵਿੱਚ ਦੇਰੀ ਹੋਈ ਹੈ ਬਣਨ ਦੇ ਵਿੱਚ, ਤੇ ਉਹਨਾਂ ਦੇ ਵੱਲੋਂ ਕੋਈ ਹੁਣ ਤੱਕ ਇਸ ਸੁਰੱਖਿਆ ਨੂੰ ਲੈ ਕੇ ਵੱਡਾ ਬਿਆਨ ਵੀ ਨਹੀਂ ਆਇਆ। ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ? ਮਾਨ ਸਾਹਿਬ ਦੇਖੋ, ਜਿੱਥੋਂ ਤੱਕ ਮੋਦੀ ਸਾਹਿਬ ਦਾ ਸਬੰਧ ਹੈ, ਜਦੋਂ ਮੋਦੀ ਸਾਹਿਬ ਆਏ ਨੇ ਪਿਛਲੀ 5 ਤਰੀਕ ਨੂੰ, ਇਸ 5 ਤਰੀਕ ਨੂੰ, ਤਾਂ ਉਹ ਇਦਾਂ ਹੀ ਲੱਗਦਾ ਸੀਗਾ ਕਿ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਔਰ ਆਪਣੇ ਆਪ ਨੂੰ ਉਹਨਾਂ ਨੇ ਇਹੀ ਕਿਹਾ ਕਿ ਦੇਖੋ ਜੀ, ਮੇਰੇ ਉੱਤੇ ਬੜਾ ਵੱਡਾ ਅਟੈਕ ਹੋਣਾ ਸੀਗਾ, ਮੈਨੂੰ ਤਾਂ ਮਾਰ ਹੀ ਦੇਣਾ ਸੀਗਾ, ਮੈਂ ਤਾਂ ਬੜੀ ਮੁਸ਼ਕਲ ਨਾਲ ਪੰਜਾਬ ਤੋਂ ਬਚ ਕੇ ਆਇਆ। ਯਾਨੀ ਕਿ ਪੰਜਾਬ ਦੇ ਲੋਕਾਂ ਨੂੰ, ਪੰਜਾਬੀਆਂ ਨੂੰ ਔਰ ਖਾਸ ਤੌਰ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ, ਔਰ ਇਸ ਬਣਾ ਦੇ ਉੱਤੇ ਕੀਤੀ ਜਾ ਰਹੀ ਸੀ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ 5 ਸਟੇਟਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਖਾਸ ਤੌਰ ਤੇ ਯੂਪੀ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਗੋਆ ਦੇ ਵਿੱਚ, ਮਣੀਪੁਰ ਦੇ ਵਿੱਚ, ਜਿੱਥੇ ਕਿ ਹਿੰਦੂ ਤਬਕੇ ਜਿਹੜਾ ਹੈਗਾ ਜ਼ਿਆਦਾ ਤਬਕਾ ਹੋਣ ਕਰਕੇ ਉਹਨਾਂ ਤੋਂ ਇੱਕ ਸਿੰਪਥੀ ਵੋਟ ਉਹ ਲੈਣਾ ਚਾਹੁੰਦੇ ਸੀਗੇ, ਔਰ ਜਿਹੜੀ ਪੋਲਰਾਈਜੇਸ਼ਨ ਹੈ ਵੋਟਾਂ ਦੀ, ਉਹ ਕਰਨਾ ਚਾਹੁੰਦੇ ਸੀਗੇ। ਪਰ ਉਹਨਾਂ ਦਾ ਜਿਹੜਾ ਇਹ ਤੀਰ ਸੀਗਾ, ਇਹ ਬਹੁਤਾ ਚੱਲਿਆ ਨਹੀਂ ਹੈ, ਔਰ ਇਹਦੇ ਕਰਕੇ ਅਮਿਤ ਸ਼ਾਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਉਹ ਜਿਹੜਾ ਹੈਗਾ ਸਾਰੀ ਚੀਜ਼ ਨੂੰ ਫਲੋਪ ਕਰਤਾ। ਔਰ ਜਿਹੜੀ ਕਮੇਟੀ ਬਣਨੀ ਸੀਗੀ, ਜੇਕਰ ਸੱਚੀ ਮੁੱਚੀ ਇਹ ਘਟਨਾ ਵਾਪਰੀ ਹੁੰਦੀ, ਜੇਕਰ ਸੱਚੀ ਮੁੱਚੀ ਉਹਨਾਂ ਦੇ ਉੱਤੇ ਕੋਈ ਹਮਲਾ ਹੋਇਆ ਹੁੰਦਾ, ਤਾਂ ਲਾਜ਼ਮੀ ਤੌਰ ਤੇ ਇਹ ਗ੍ਰਹਿ ਮੰਤਰਾਲਾ ਨਾਲ ਦੀ ਨਾਲ ਹਰਕਤ ਵਿੱਚ ਆਉਂਦਾ। ਪਰ ਗ੍ਰਹਿ ਮੰਤਰਾਲਾ ਵੀ ਇਸ ਗੱਲ ਨੂੰ ਜਾਣਦਾ ਸੀਗਾ ਕਿ ਕੋਈ ਇਦਾਂ ਦੀ ਕੋਈ ਘਟਨਾ ਦੀ ਗੱਲ ਹੈ ਹੀ ਨਹੀਂ ਹੈ। ਔਰ ਆਪਾਂ ਸਾਰੇ ਜਾਣਦੇ ਆ ਕਿ ਜਦੋਂ ਜਿਹੜੇ ਪ੍ਰਧਾਨ ਮੰਤਰੀ ਨੇ, ਉਹ ਜਦੋਂ ਯਾਤਰਾ ਕਰਦੇ ਨੇ, ਕਿਸੇ ਵੀ ਸਟੇਟ ਦੇ ਵਿੱਚ ਜਾਂਦੇ ਨੇ, ਤਾਂ ਉਹਦੇ ਵਿੱਚ ਗ੍ਰਹਿ ਮੰਤਰਾਲੇ ਦਾ ਰੋਲ ਜਿਹੜਾ ਹੈਗਾ ਸਭ ਤੋਂ ਇੰਪੋਰਟੈਂਟ ਹੁੰਦਾ ਹੈ। ਸੋ ਇਸ ਕਰਕੇ ਜੇਕਰ ਗ੍ਰਹਿ ਮੰਤਰਾਲਾ ਆਪ ਹੀ ਆਪਣੇ ਪ੍ਰਧਾਨ ਮੰਤਰੀ ਨੂੰ ਸੰਭਾਲ ਨਹੀਂ ਸਕਿਆ, ਤਾਂ ਗ੍ਰਹਿ ਮੰਤਰਾਲੇ ਦੇ ਉੱਤੇ ਵੀ ਬਹੁਤ ਵੱਡੇ ਸਵਾਲ ਜਿਹੜੇ ਨੇ ਉੱਠਣੇ ਲਾਜ਼ਮੀ ਨੇ। ਸੋ ਇਹੀ ਕਾਰਨ ਹੈ ਕਿ ਅਮਿਤ ਸ਼ਾਹ ਹੋਰਾਂ ਨੇ ਗੱਲ ਠੀਕ ਹੈ ਕਿ ਉਹਨਾਂ ਨੇ ਇੱਕ ਪ੍ਰੈਸ਼ਰ ਜਿਹੜਾ ਬਣਾਉਣ ਦੀ ਮੋਦੀ ਜੀ ਨੇ ਕੋਸ਼ਿਸ਼ ਕੀਤੀ ਸੀਗੀ, ਉਸ ਨੂੰ ਜ਼ਰੂਰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਚਾਹੇ 3 ਮੈਂਬਰੀ ਕਮੇਟੀ ਦੇਰ ਨਾਲ ਬਣਾਈ ਹੈ, ਪਰ ਬਣਾ ਦਿੱਤੀ, ਇਹ ਗੱਲ ਠੀਕ ਹੈ। ਪਰ ਇਹਦੇ ਵਿੱਚੋਂ ਨਿਕਲ ਪਾਉਣ ਵਾਲਾ ਕੁਝ ਨਹੀਂ ਹੈ ਕਿ ਜੇਕਰ ਇਹ 3 ਮੈਂਬਰੀ ਕਮੇਟੀ ਕੋਈ ਜਿਹੜੀ ਹੈਗੀ ਦੋਸ਼ ਪ੍ਰਤੀ ਦੋਸ਼ ਲਗਾਏਗੀ ਕਿਸੇ ਦੇ ਉੱਤੇ, ਤਾਂ ਆਪਾਂ ਸਾਰੇ ਜਾਣਦੇ ਆ ਕਿ ਪੋਲੀਟੀਕਲ ਸਟੰਟ ਹੈ, ਇਹਦੇ ਵਿੱਚ ਕੋਈ ਹਕੀਕਤ ਨਜ਼ਰ ਨਹੀਂ ਆਉਂਦੀ, ਸਿਰਫ ਤੇ ਸਿਰਫ ਸਿਆਸਤ ਹੋ ਰਹੀ ਹੈ। ਕਾਂਗਰਸ ਆਪਣੀ ਸਿਆਸਤ ਕਰ ਰਹੀ ਹੈ, ਚੰਨੀ ਸਾਹਿਬ ਆਪਣੀ ਸਿਆਸਤ ਕਰ ਰਹੇ ਨੇ, ਇਸੇ ਤਰ੍ਹਾਂ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ, ਉਹਨਾਂ ਦੀ ਆਪਣੀ ਸਿਆਸਤ ਹੈ, ਔਰ ਬੀਜੇਪੀ ਆਪਣੀ ਤਰ੍ਹਾਂ ਦੀ ਸਿਆਸਤ ਕਰ ਰਹੀ ਹੈ, ਮੋਦੀ ਸਾਹਿਬ ਆਪਣੀ ਤਰ੍ਹਾਂ ਦੀ ਸਿਆਸਤ ਕਰ ਰਹੇ ਨੇ, ਅਮਿਤ ਸ਼ਾਹ ਦਾ ਆਪਣਾ ਜਿਹੜਾ ਹੈਗਾ ਉਹ ਕਹਿੰਦੇ ਨੇ ਕਿ ਮੈਂ ਵੱਡਾ ਮੰਤਰੀ ਆ, ਮੇਰੀ ਜਿਹੜੀ ਹੈਗੀ ਆ ਮੰਨੀ ਜਾਏ। ਹੋ ਸਕਦਾ ਹੈ ਕਿ 24 ਦੀਆਂ ਜਿਹੜੀਆਂ ਇਲੈਕਸ਼ਨਾਂ ਹੋਣਗੀਆਂ, ਉਹਦੇ ਵਿੱਚ ਅਮਿਤ ਸ਼ਾਹ ਨੂੰ ਐਜ਼ ਏ ਮੁੱਖ ਜਿਹੜਾ ਹੈਗਾ ਪ੍ਰਧਾਨ ਮੰਤਰੀ ਦੇ ਤੌਰ ਤੇ ਪੇਸ਼ ਕੀਤਾ ਜਾਵੇ। ਉਹ ਇਸ ਤਾਕ ਦੇ ਵਿੱਚ ਨੇ ਕਿ ਕੋਈ ਇਦਾਂ ਦਾ ਫੈਸਲਾ ਲਿਆ ਜਾਏ ਜਾਂ ਇਦਾਂ ਦਾ ਆਪਣੇ ਆਪ ਨੂੰ ਪੇਸ਼ ਕੀਤਾ ਜਾਏ ਜਿਹਦੇ ਨਾਲ ਮੈਨੂੰ ਜਿਹੜਾ ਹੈਗਾ ਮੌਕਾ ਮਿਲੇ 24 ਦੇ ਵਿੱਚ ਪ੍ਰਧਾਨ ਮੰਤਰੀ ਬਣਨ ਦਾ। ਸੋ ਕਹਿਣ ਦਾ ਮਤਲਬ ਹੈ ਕਿ ਅੰਦਰ ਖਾਤੇ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਦਾ ਪੇਚ ਖੇਡੇ ਜਾ ਰਹੇ ਨੇ, ਬਹੁਤ ਸਾਰੀਆਂ ਜਿਹੜੀਆਂ ਹਰਕਤਾਂ ਹੋ ਰਹੀਆਂ ਨੇ, ਜਿੱਥੋਂ ਇਹ ਲੱਗਦਾ ਹੈ ਕਿ ਹਰ ਪਾਰਟੀ, ਹਰ ਲੀਡਰ ਆਪਣੀ ਆਪਣੀ ਸਿਆਸਤ ਕਰ ਰਿਹਾ ਨਜ਼ਰ ਆ ਰਿਹਾ, ਜਿਹਨੂੰ ਸੂਟ ਕਰਦੀ ਹੈ ਜਿਸ ਕਿਸਮ ਦੀ ਸਿਆਸਤ, ਉਸੇ ਤਰ੍ਹਾਂ ਦੀ ਸਿਆਸਤ ਉਹ ਕਰ ਰਿਹਾ ਹੈ। ਸੋ ਇੱਥੋਂ ਹੀ ਲੱਗਦਾ ਹੈ ਕਿ ਦੇਸ਼ ਦੀ ਜਾਂ ਪੰਜਾਬੀਆਂ ਦੀ ਜਾਂ ਜਿਹੜੇ ਪੰਜਾਬ ਦੇ ਜਾਂ ਦੇਸ਼ ਦੇ ਲੋਕ ਨੇ, ਉਹਨਾਂ ਦੇ ਕੀ ਮੁੱਦੇ ਨੇ, ਉਹਨਾਂ ਦੀਆਂ ਸਮੱਸਿਆਵਾਂ ਕੀ ਨੇ, ਉਹ ਕਿਵੇਂ ਹੱਲ ਹੋਣਗੀਆਂ, ਉਹਨਾਂ ਦੇ ਬਾਰੇ ਘੱਟ ਗੱਲ ਹੋ ਰਹੀ ਹੈ। ਜਾਂ ਇਦਾਂ ਦੀ ਜਿਹੜੀ ਸਿਆਸਤ ਹੈ, ਯਾਨੀ ਕਿ ਪੋਲਰਾਈਜੇਸ਼ਨ ਦੀ, ਕਿ ਲੋਕਾਂ ਨੂੰ ਧਰਮਾਂ ਦੇ ਨਾਂ ਦੇ ਉੱਤੇ ਵੰਡ ਦਿਓ, ਲੋਕਾਂ ਨੂੰ ਖਿੱਤਿਆਂ ਦੇ ਨਾਂ ਦੇ ਉੱਤੇ ਵੰਡ ਦਿਓ, ਖੇਤਰ ਦੇ ਨਾਂ ਦੇ ਉੱਤੇ, ਸਟੇਟਾਂ ਦੇ ਨਾਂ ਦੇ ਉੱਤੇ ਵੰਡ ਦਿਓ। ਸੋ ਇਦਾਂ ਵੰਡ ਕੇ ਵੋਟਾਂ ਲੈਣ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਨੇ। ਇਹਨਾਂ ਦੇ ਵਿੱਚ ਕੋਈ ਹਕੀਕਤ ਨਹੀਂ ਹੈ, ਸਾਰੇ ਆਪਣੀ ਸਿਆਸਤ ਕਰਦੇ ਨਜ਼ਰ ਆ ਰਹੇ ਨੇ। ਸਾਰਿਆਂ ਨੂੰ ਇਹੀ ਲੱਗਦਾ ਹੈ ਕਿ ਪੰਜਾਬ ਦੇ ਲੋਕ ਜਾਂ ਭਾਰਤ ਦੇ ਲੋਕ ਜਾਣ ਟੱਟੇ ਕੂਚ,
ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ, ਸਾਨੂੰ ਆਪਣੀ ਸਿਆਸਤ ਚਮਕਾਉਣੀ ਚਾਹੀਦੀ ਹੈ। ਸੋ ਇਸ ਕਰਕੇ ਸਾਰੇ ਲੋਕ ਜਿਹੜੇ ਨੇ, ਸਾਰੀਆਂ ਪਾਰਟੀਆਂ ਆਪਣੀ ਆਪਣੀ ਸਿਆਸਤ ਚਮਕਾ ਰਹੀਆਂ ਨੇ। ਭਾਰਤ ਦੇ ਲੋਕਾਂ ਦੇ ਮੁੱਦੇ, ਪੰਜਾਬ ਦੇ ਲੋਕਾਂ ਦੇ ਮੁੱਦੇ ਰੁਲਦੇ ਨਜ਼ਰ ਆ ਰਹੇ ਨੇ ਮਾਨ ਸਾਹਿਬ। ਬਿਲਕੁਲ ਸਰ, ਬਿਲਕੁਲ ਮੁੱਦੇ ਤਾਂ ਰੁਲਦੇ ਨੇ, ਲੇਕਿਨ ਹਰੇਕ ਬੰਦਾ ਆਪਣੀ ਸਿਆਸਤ ਚਮਕਾ ਰਿਹਾ। ਇਸੇ ਤਰ੍ਹਾਂ ਲੱਗਦਾ ਬੀਜੇਪੀ ਦੇ ਵਿੱਚ ਵੀ ਸਭ ਕੁਝ ਠੀਕ ਨਹੀਂ, ਕੋਈ ਲੱਗਦਾ ਤੇੜਾਂ ਆਈਆਂ ਹੋਈਆਂ ਨੇ, ਕਿਉਂਕਿ ਜਿਵੇਂ ਕਮੇਟੀ ਵੀ ਦੇਰੀ ਨਾਲ ਬਣੀ ਹੈ, ਤੇ ਦੂਸਰੇ ਪਾਸੇ ਅਮਿਤ ਸ਼ਾਹ ਵੀ ਹੁਣ ਜਿੱਥੇ ਵੀ ਬੋਲਦੇ ਨੇ, ਉਹ ਜਿਹੜਾ ਆਪਣੇ ਯੂਪੀ ਦੇ ਸੀਐਮ ਨੇ, ਉਹਨਾਂ ਦੇ ਬਾਰੇ ਹੀ ਉਹਨਾਂ ਦੀ ਪਿੱਠ ਥਪਥਾਉਂਦੇ ਨਜ਼ਰ ਆ ਰਹੇ ਨੇ। ਜਿਵੇਂ ਕਿ ਤੁਸੀਂ ਐਨਾਲਿਸਿਸ ਕੀਤਾ ਹੈ ਵੀ 2024 ਦੀਆਂ ਵੋਟਾਂ ਦੇ ਵਿੱਚ ਹੋ ਸਕਦਾ ਹੈ ਬੀਜੇਪੀ ਆਪਣਾ ਪ੍ਰਾਈਮ ਮਿਨਿਸਟਰ ਦਾ ਚਿਹਰਾ ਹੀ ਬਦਲ ਲੇ, ਅਮਿਤ ਸ਼ਾਹ ਜਾਂ ਫਿਰ ਜੋਗੀ, ਦੋਹਾਂ ਦੇ ਵਿੱਚ ਕੋਈ ਵੀ ਹੋ ਸਕਦਾ। ਇਹ ਕਲੀਅਰ ਹੈ ਜਿਸ ਤਰ੍ਹਾਂ ਦੇ ਮਾਹੌਲ ਬਣਦੇ ਜਾ ਰਹੇ ਨੇ ਬੀਜੇਪੀ ਦੇ ਵਿੱਚ ਕਿ 2024 ਦੇ ਵਿੱਚ ਮੋਦੀ ਬੀਜੇਪੀ ਦਾ ਚਿਹਰਾ ਨਹੀਂ ਹੋਣਗੇ। ਸੋ ਇਹ ਤਾਂ ਗੱਲ ਹੋਈ ਬੀਜੇਪੀ ਦੀ। ਹੁਣ ਫਿਰ ਤੋਂ ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਦੇ ਉਸ ਲੀਡਰ ਦੀ ਗੱਲ ਕਰੀਏ ਜਿਹਨਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਪਣੀ ਨਵੀਂ ਪਾਰਟੀ ਬਣਾਈ ਸੀ। ਗੱਲ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੀ। ਉਹਨਾਂ ਦੇ ਵੱਲੋਂ ਕੱਲ੍ਹ ਇੱਕ ਵੱਡੇ ਬਿਆਨ ਆਏ ਨੇ ਉਹਨਾਂ ਦੀ 2022 ਦੀ ਚੋਣ ਨੂੰ, ਇਲੈਕਸ਼ਨ ਨੂੰ ਲੈ ਕੇ। ਉਹਨਾਂ ਨੇ ਕਿਹਾ ਵੀ 2022 ਦੀਆਂ ਚੋਣਾਂ ਦੇ ਵਿੱਚ ਮੈਂ ਪਟਿਆਲਾ ਤੋਂ ਹੀ ਚੋਣ ਲੜਾਂਗਾ। ਹੁਣ ਸਵਾਲ ਇਹ ਹੈ ਜੀ, ਜੇਕਰ ਉਹ ਕਾਂਗਰਸ ਦੇ ਵੱਡੇ ਚਿਹਰੇ ਸੀ ਕਾਂਗਰਸ ਨੂੰ ਛੱਡ ਚੁੱਕੇ ਨੇ ਤੇ ਪਟਿਆਲੇ ਤੋਂ ਹੀ ਹਲਕੇ ਤੋਂ ਚੋਣ ਲੜਨਗੇ, ਤਾਂ ਕਾਂਗਰਸ ਉਹਨਾਂ ਦੇ ਵਿਰੁੱਧ ਕਿਹੜੇ ਉਮੀਦਵਾਰ ਨੂੰ ਉਤਾਰੇਗੀ? ਤੁਹਾਨੂੰ ਕੀ ਲੱਗ ਰਿਹਾ ਵੀ ਕਾਂਗਰਸ ਦਾ ਕਿਹੜਾ ਉਹ ਲੀਡਰ ਹੋਏਗਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ 2022 ਦੀਆਂ ਚੋਣਾਂ ਦੇ ਵਿੱਚ ਟੱਕਰ ਦੇਵੇਗਾ? ਕਿਵੇਂ ਦੇਖ ਰਹੇ ਹੋ 2022 ਦੀਆਂ ਚੋਣਾਂ ਤੇ ਕੈਪਟਨ ਅਮਰਿੰਦਰ ਦੇ ਬਿਆਨ ਨੂੰ? ਜੀ ਮਾਨ ਸਾਹਿਬ ਦੇਖੋ, ਕੈਪਟਨ ਅਮਰਿੰਦਰ ਸਿੰਘ 17 ਦੇ ਵਿੱਚ ਇਹ ਗੱਲ ਬਿਲਕੁਲ ਕਲੀਅਰ ਕਰ ਚੁੱਕੇ ਨੇ। ਬਾਰ-ਬਾਰ ਉਹਨਾਂ ਨੇ ਕਿਹਾ ਕਿ 17 ਵਾਲੀ ਜਿਹੜੀ ਇਲੈਕਸ਼ਨ ਹੈ ਉਹ ਮੇਰੀ ਆਖਰੀ ਇਲੈਕਸ਼ਨ ਹੈ ਔਰ ਮੈਂ ਅਗਲੇ ਵਾਰੀ ਸਿਆਸਤ ਤੋਂ ਸੰਨਿਆਸ ਲਵਾਂਗਾ। ਪਰ ਹੁਣ ਕੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਕਾਂਗਰਸ ਨੇ ਮੇਰੇ ਨਾਲ ਧੱਕਾ ਕੀਤਾ ਹੈ, ਕਾਂਗਰਸ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ। ਮੈਂ ਕਾਂਗਰਸ ਨੂੰ ਜਿਤਾਇਆ, ਮੈਂ ਕਾਂਗਰਸ ਦਾ ਕੈਪਟਨ ਸੀਗਾ, ਪਰ ਮੈਨੂੰ ਕੁਰਸੀ ਤੋਂ ਲਾਹ ਤਾ ਵਿੱਚ ਵਿਚਾਲੇ। ਸੋ ਇਸ ਕਰਕੇ ਉਹ ਵੀ ਜਿਹੜੇ ਹੈਗੇ ਆਪਣੇ ਆਪ ਨੂੰ ਜਿਹੜਾ ਹੈਗਾ ਜ਼ਖਮੀ ਹੋਇਆ ਮਹਿਸੂਸ ਕਰ ਰਹੇ ਨੇ ਕਿ ਮੈਨੂੰ ਬਹੁਤ ਵੱਡੇ ਜ਼ਖਮ ਦਿੱਤੇ ਨੇ ਕਾਂਗਰਸ ਨੇ, ਖਾਸ ਤੌਰ ਤੇ ਹਾਈ ਕਮਾਂਡ ਨੇ, ਔਰ ਵਿਸ਼ੇਸ਼ ਤੌਰ ਤੇ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਪਏ ਹੋਏ ਨੇ। ਉਹ ਕਹਿਣ ਦਾ ਮਤਲਬ ਹੈ ਕਿ ਉਹ ਕਿਸੇ ਵੇਲੇ ਤਾਂ ਇਹ ਕਹਿੰਦੇ ਸੀਗੇ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਹੋਰੀ ਖੜਨਗੇ ਅਸੀਂ ਉੱਥੋਂ ਹੀ ਜਿਹੜਾ ਹੈਗਾ ਵੱਡਾ ਕੈਂਡੀਡੇਟ ਖੜਾ ਕਰਾਂਗੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਅੱਜ ਉਹ ਪਟਿਆਲੇ ਤੋਂ ਉਹਨਾਂ ਨੇ ਹਾਮੀ ਭਰੀ ਹੈ ਕਿ ਮੈਂ ਪਟਿਆਲੇ ਤੋਂ ਹੀ ਖੜਾਂਗਾ, ਤਾਂ ਪਹਿਲੀ ਗੱਲ ਤਾਂ ਵੱਡਾ ਸਵਾਲ ਉਹਨਾਂ ਦੇ ਉੱਤੇ ਇਹੀ ਹੈ ਕਿ ਪਟਿਆਲੇ ਤੋਂ ਕਿਸ ਆਧਾਰ ਦੇ ਉੱਤੇ ਉਹ ਖੜਨਾ ਚਾਹੁੰਦੇ ਨੇ, ਕਿਉਂਕਿ ਉਹਨਾਂ ਨੇ ਵੱਡੇ ਵੱਡੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀਗੇ, ਪਟਿਆਲੇ ਦੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ। ਕੀ ਉਹ ਵਾਅਦੇ ਪੂਰੇ ਹੋ ਗਏ? ਘਰ ਘਰ ਨੌਕਰੀ ਦਾ ਵਾਅਦਾ ਪੂਰਾ ਹੋ ਗਿਆ, ਕਿਸਾਨਾਂ ਦੀ ਕਰਜ਼ਾ ਮਾਫੀ ਦਾ ਵਾਅਦਾ ਪੂਰਾ ਹੋ ਗਿਆ। ਉਹਨਾਂ ਨੇ ਬੁਢਾਪਾ ਪੈਨਸ਼ਨ ਕਿਹਾ ਸੀਗਾ ਕਿ ਮੈਂ ਵਧਾ ਦਾਂਗਾ, ਕੀ ਉਹ ਵਧਾਈ ਗਈ? ਜਾਂ ਹੋਰ ਜਿਹੜੇ ਵੱਡੇ ਵਾਅਦੇ ਕੀਤੇ ਸੀਗੇ, ਸ਼੍ਰੀ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਉਹਨਾਂ ਨੇ ਕਿਹਾ ਸੀਗਾ ਕਿ 4 ਹਫ਼ਤਿਆਂ ਦੇ ਵਿੱਚ ਮੈਂ ਨਸ਼ੇ ਦਾ ਲੱਕ ਤੋੜ ਦਾਂਗਾ, ਕੀ ਉਹ ਲੱਕ ਟੁੱਟਿਆ? ਸੋ ਕਹਿਣ ਦਾ ਮਤਲਬ ਹੈ ਕਿ ਹਜੇ ਤੱਕ ਉਹਨਾਂ ਦੇ ਪੁਰਾਣਾ ਹਿਸਾਬ ਜਿਹੜਾ ਹੈਗਾ ਉਹ ਨਹੀਂ ਦਿੱਤਾ, ਤਾਂ ਹੁਣ ਉਹ ਨਵਾਂ ਕੀ ਉਹ ਲੋਕਾਂ ਦੇ ਲਈ ਏਜੰਡਾ ਲੈ ਕੇ ਆਉਣਗੇ, ਖਾਸ ਤੌਰ ਤੇ ਪਟਿਆਲੇ ਦੇ ਲੋਕਾਂ ਦੇ ਲਈ ਜਾਂ ਪੰਜਾਬ ਦੇ ਲੋਕਾਂ ਦੇ ਲਈ ਉਹਨਾਂ ਕੋਲ ਇਦਾਂ ਦਾ ਕੋਈ ਏਜੰਡਾ ਨਹੀਂ ਹੈ। ਤਾਂ ਉਹ ਕਿਸ ਆਧਾਰ ਦੇ ਉੱਤੇ ਖੜ ਰਹੇ ਨੇ? ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ ਕਿ ਉਹ ਕਿਵੇਂ ਜਾ ਕੇ ਲੋਕਾਂ ਤੋਂ ਕਿਹੜੀਆਂ ਗੱਲਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਣਗੇ, ਪਟਿਆਲੇ ਦੇ ਵਿੱਚ ਜਾਣਗੇ ਕਿ ਮੈਂ ਆਹ ਕੰਮ ਤੁਹਾਡੇ ਲਈ ਕੀਤੇ ਨੇ। ਲਗਭਗ ਉਹ 4.5 ਸਾਲ, ਪੌਣੇ 5 ਸਾਲ ਮੁੱਖ ਮੰਤਰੀ ਰਹੇ ਨੇ ਇਸ ਵਾਰੀ ਪੰਜਾਬ ਦੇ, ਤਾਂ ਇਹਨਾਂ ਸਮਿਆਂ ਦੇ ਵਿੱਚ ਉਹ ਲਗਭਗ 4 ਵਾਰੀ ਵੀ ਪਟਿਆਲੇ ਵਿੱਚ ਨਹੀਂ ਵੜੇ ਸੀਗੇ। ਆਪਾਂ ਸਾਰੇ ਜਾਣਦੇ ਹਾਂ, ਨਾ ਪੰਜਾਬ ਦੇ ਵਿੱਚ ਆਏ ਨਾ ਪਟਿਆਲੇ ਦੇ ਵਿੱਚ ਆਏ। ਸੋ ਹੁਣ ਕਿਸ ਮੂੰਹ ਨੂੰ ਲੈ ਕੇ ਜਾਣਗੇ ਪਟਿਆਲੇ ਦੇ ਲੋਕਾਂ ਦੇ ਵਿੱਚ, ਇਹ ਗੱਲ ਸਮਝ ਨਹੀਂ ਆਉਂਦੀ। ਹਾਂ, ਜਿੱਥੋਂ ਤੱਕ ਦੂਜੀਆਂ ਪਾਰਟੀਆਂ ਦਾ ਸੰਬੰਧ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਅਕਾਲੀ ਦਲ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਪਾਰਟੀ ਹੈ, ਉਹ ਵੀ ਉਸੇ ਕਿਸਮ ਦੇ ਵੱਡੇ ਲੀਡਰ ਲੈ ਕੇ ਆਏਗੀ ਜਿੱਦਾਂ ਦਾ, ਕਿਉਂਕਿ ਇਹ ਬਹੁਤ ਇੰਪੋਰਟੈਂਟ ਇਹਦਾ ਮਤਲਬ ਹੈ ਕਿ ਇਹ ਸੀਟ ਹੋਏਗੀ, ਇਸ ਨੂੰ ਬਹੁਤ ਮਹੱਤਤਾ ਦਿੱਤੀ ਜਾਏਗੀ ਔਰ ਇੱਕ ਵੱਡੇ ਲੀਡਰ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਆਪਣਾ ਖੜਾ ਕਰ ਸਕਦੀ ਹੈ। ਕੋਈ ਵੱਡਾ ਚਿਹਰਾ ਜਿਹੜਾ ਹੈਗਾ ਬਾਹਰੋਂ ਲਿਆ ਕੇ, ਕੋਈ ਜਿਹੜਾ ਹੈਗਾ ਪ੍ਰਸਿੱਧ ਚਿਹਰਾ ਜਿਹੜਾ ਹੈਗਾ, ਪਪੂਲਰ ਚਿਹਰਾ ਜਿਹੜਾ ਹੋਏਗਾ, ਉਹ ਕਾਂਗਰਸ ਇੱਥੇ ਲੈ ਕੇ ਆਏਗੀ। ਜਿਵੇਂ ਪਿਛਲੇ ਵਾਰੀ ਜੇ ਸਿੰਘ ਅਕਾਲੀ ਦਲ ਬਾਦਲ ਸਾਹਿਬ ਲੈ ਕੇ ਆਏ ਸੀਗੇ, ਜਿਹੜੇ ਕਿ ਜਨਰਲ ਸੀਗੇ ਕਿਸੇ ਵੇਲੇ ਭਾਰਤੀ ਸੈਨਾ ਦੇ, ਉਹਨਾਂ ਨੂੰ ਖੜਾ ਕੀਤਾ ਗਿਆ ਸੀਗਾ। ਇਸੇ ਤਰ੍ਹਾਂ ਹੋ ਸਕਦਾ ਹੈ ਕਿ ਬਾਕੀ ਪਾਰਟੀਆਂ ਵੀ ਕੋਈ ਵੱਡੇ ਚਿਹਰੇ ਇਹਨਾਂ ਦੇ ਖਿਲਾਫ, ਕੈਪਟਨ ਸਾਹਿਬ ਦੇ ਖਿਲਾਫ ਕੋਈ ਖੜੇ ਕਰਨਗੀਆਂ ਤਾਂ ਕਿ ਕੈਪਟਨ ਸਾਹਿਬ ਨੂੰ ਮਾਤ ਦਿੱਤੀ ਜਾ ਸਕੇ। ਉਹਨਾਂ ਦੇ ਆਪਣੇ ਖੇਤਰ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ, ਜਿਹੜੀ ਉਹ ਕਹਿੰਦੇ ਨੇ ਕਿ ਮੇਰੀ ਕਰਮ ਭੂਮੀ ਆ ਪਟਿਆਲਾ, ਪਟਿਆਲੇ ਦੇ ਵਿੱਚ ਵੀ ਉਹਨਾਂ ਨੂੰ ਹਰਾਉਣ ਦੀਆਂ
ਜਿਹੜੀਆਂ ਨੇ ਬਾਕੀ ਪਾਰਟੀਆਂ ਵੀ ਪੂਰੀ ਦੀ ਪੂਰੀਆਂ ਕੋਸ਼ਿਸ਼ ਕਰਨਗੀਆਂ। ਔਰ ਇਸ ਵਾਰੀ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਔਖਾ ਹੋਏਗਾ ਕੈਪਟਨ ਸਾਹਿਬ ਦੇ ਲਈ ਪਟਿਆਲੇ ਦੇ ਵਿੱਚ ਜਾਣਾ, ਲੋਕਾਂ ਤੋਂ ਵੋਟਾਂ ਮੰਗਣੀਆਂ, ਕਿਉਂਕਿ ਇੱਕ ਪਾਸੇ ਉਹਨਾਂ ਦੀ ਸਿਹਤ ਜਿਹੜੀ ਹੈਗੀ ਹੈ ਉਹ ਅਲਾਉ ਨਹੀਂ ਕਰਦੀ, ਦੂਜੇ ਪਾਸੇ ਉਹਨਾਂ ਨੇ 4.5 ਸਾਲ ਕੋਈ ਕੰਮ ਨਹੀਂ ਕੀਤਾ। ਤੀਜਾ ਉਹਨਾਂ ਦਾ ਵੱਡਾ ਹੈ ਕਿ ਉਹਨਾਂ ਦੀ ਜਿਹੜੀ ਆਪਣੀ ਪਾਰਟੀ ਹੈ ਉਹਨਾਂ ਦੇ ਵਿੱਚੋਂ ਨਿਕਲ ਚੁੱਕੇ ਨੇ ਔਰ ਆਜ਼ਾਦ ਤੌਰ ਤੇ ਆਪਣੀ ਵੱਖਰੀ ਪਾਰਟੀ ਦੇ ਤੌਰ ਤੇ ਉਹ ਲੜਨਗੇ। ਸੋ ਕਹਿਣ ਦਾ ਮਤਲਬ ਹੈ ਕਿ ਕਾਫੀ ਦਿੱਕਤਾਂ ਦੀਆਂ ਸੰਭਾਵਨਾਵਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੈਪਟਨ ਸਾਹਿਬ ਦੀ ਪਾਰਟੀ ਦੇ ਲਈ ਵੀ ਔਰ ਕੈਪਟਨ ਸਾਹਿਬ ਦੀ ਆਪਣੀ ਸੀਟ ਦੇ ਲਈ ਵੀ। ਕੱਢਣੀ ਉਹਨਾਂ ਨੂੰ ਬਹੁਤ ਔਖੀ ਹੋਏਗੀ, ਬਹੁਤ ਜ਼ੋਰ ਲਾਉਣਾ ਪਏਗਾ ਤਾਂ ਕਿਤੇ ਜਾ ਕੇ ਸੀਟ ਨਿਕਲ ਸਕਦੀ ਹੈ, ਨਹੀਂ ਤਾਂ ਹਾਰਨ ਦੀਆਂ ਪੂਰੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਮਾਨ ਸਾਹਿਬ। ਬਿਲਕੁਲ ਸਰ, ਤੁਸੀਂ ਸਹੀ ਕਿਹਾ ਵੀ ਖਾਰ ਦੀਆਂ ਸੰਭਾਵਨਾਵਾਂ ਨੇ, ਕਿਉਂਕਿ ਉਹਨਾਂ ਦਾ ਜੋ ਕਾਰਜਸ਼ੈਲੀ ਰਹੀ ਹੈ 4.5 ਸਾਲ ਕੋਈ ਬਹੁਤ ਹੀ ਸੰਤੁਸ਼ਟੀਜਨਕ ਨਹੀਂ ਰਹੀ, ਲੋਕਾਂ ਨੂੰ ਇਸ ਗੱਲ ਦਾ ਹੀ ਪਤਾ ਹੈ। ਦੂਸਰਾ, ਕਾਂਗਰਸ ਵੀ ਕੋਈ ਵੱਡਾ ਲੀਡਰ ਜਿਵੇਂ ਤੁਸੀਂ ਕਿਹਾ ਵੱਡਾ ਬਾਹਰੋਂ ਚਿਹਰਾ ਵੀ ਲਿਆ ਕੇ ਇੱਥੇ ਖੜਾ ਕਰ ਸਕਦੀ ਹੈ, ਕਿਉਂਕਿ ਕੈਪਟਨ ਨੂੰ ਉਹ ਉਹਨਾਂ ਦੇ ਹਲਕੇ ਤੱਕ ਹੀ ਸੀਮਤ ਕਰਨਾ ਚਾਹੁੰਦੇ ਨੇ। ਭਾਵੇਂ ਕੈਪਟਨ ਆਪਣੀ ਸੀਟ ਕੱਢ ਲੈਣ, ਲੇਕਿਨ ਕਾਂਗਰਸ ਇਹ ਚਾਹੇਗੀ ਕਿ ਦੂਸਰੇ ਹਲਕਿਆਂ ਦੇ ਵਿੱਚ, ਬਾਕੀ ਰਹਿੰਦੇ 116 ਹਲਕਿਆਂ ਦੇ ਵਿੱਚ ਉਹਨਾਂ ਦੀ ਥੋੜੀ ਜਿਹੀ ਸਮਰੱਥਾ ਨੂੰ ਘਟਾਇਆ ਜਾ ਸਕੇ। ਵੱਡਾ ਚਿਹਰਾ ਪਟਿਆਲਾ ਵਿੱਚ ਖੜਾ ਕਰਕੇ ਕੈਪਟਨ ਨੂੰ ਉਹਨਾਂ ਦੇ ਸ਼ਹਿਰ ਦੇ ਵਿੱਚ ਜਾਂ ਉਹਨਾਂ ਦੇ ਹਲਕੇ ਵਿੱਚ ਘੇਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਉਹ ਜ਼ਿਆਦਾ ਨੁਕਸਾਨ ਕਾਂਗਰਸ ਦਾ ਨਾ ਕਰ ਸਕਣ। ਸੋ ਡਾਕਟਰ ਸਾਹਿਬ, ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਸੋ ਇਹ ਸਨ ਡਾਕਟਰ ਭੀਮਿੰਦਰ, ਜਿਨ੍ਹਾਂ ਨੇ ਇਹਨਾਂ ਵਿਸਥਾਰ ਦੇ ਨਾਲ ਅੱਜ ਦੀਆਂ ਖਬਰਾਂ ਦੇ ਉੱਪਰ ਐਨਾਲਿਸਿਸ ਕੀਤਾ ਹੈ। ਉਮੀਦ ਹੈ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਏਗੀ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਖਬਰਾਂ ਦੇ ਨਾਲ ਤੁਹਾਡੇ ਹੋਵਾਂਗੇ ਰੂਬਰੂ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।